अस्सलाम वालेकुम मेरे प्यारे हमवतनों, जिनको मैं दो में तकसीम करता हूँ। एक तो होते हैं 24 करोड़ 70 लाख हम जैसे लोग, और दूसरे होते हैं 30 लाख लोग जो हमसे ऊपर होते हैं, बल्कि हमारे ऊपर होते हैं। तो अगर आपको याद हो, मैंने अपने लास्ट व्लॉग में कहा था कि मैं कोशिश करूंगा कि अपने उन 24 करोड़ 70 लाख लोगों में से जो हम जैसे ही लोग हैं, जिंदगी भर स्ट्रगल करते रहते हैं इस मुल्क में, लेकिन बस वो वही कुछ ही कर सकते हैं जिसमें वो जिंदा रह सके। तो मैंने कहा था मैं अपने किसी न किसी ऐसे मेहमान को ले आया करूंगा वक्फे से। तो आज मैं जब आ रहा था अपने ऑफिस से, तो रास्ते में एक प्राइवेट सिक्योरिटी गार्ड खड़े हुए थे। तो मैंने उनसे बात रिक्वेस्ट की कि अगर आप मेरे साथ आए तो बातचीत करें, हम आपके हालात हाजिरा पे, जिंदगी पे क्या ख्याल है आपका, आप अपने वालिद से बेहतर हालात में हैं, और क्या समझते हैं आपके बच्चे आपके आपसे बेहतर हालात में होंगे, जिस जैसा मैंने लास्ट व्लॉग में कहा था। तो व्लॉग में मैंने यही कहा था ना कि अगर वो कहेगा मेरे हालात बेहतर हैं, तो हम कहेंगे जी पाकिस्तान बेहतर डायरेक्शन में जा रहा है। अगर वो कहेगा मेरे हालात मेरे वालिद साहब से भी खराब हो गए और मेरे बच्चों के मुझसे भी खराब होंगे, तो फिर हमारे लिए लम्हा फिक्री है, हम उनको इसको सोचना पड़ेगा। तो मैं अब बुलाने जा रहा हूँ अपने उन मेहमान को, और वो अपना तारुफ खुद करवाएंगे, अपना नाम भी खुद बताएंगे। वो सिक्योरिटी गार्ड है, क्या कमाते हैं, कितनी जिम्मेदारियां हैं उन पे, कैसे हालात है, किस तरह गुजारा करते हैं, वो सारा वो ही बताएंगे आपको, ताकि आपको अंदाजा हो कि यार हम 30 24 करोड़ 70 लाख लोग एक एक करके अपनी अपनी जिंदगी की जंग लड़ रहे हैं, इकट्ठे होकर नहीं लड़ पा रहे, ताकि हम एक दूसरे को चले को फायदा ही पहुंचा रहे इकट्ठे होकर। तो जैसा आप देख रहे हैं मेरे साथ, अब मेरे आज के वो मेहमान बैठे हुए जिनका मैं थोड़ा पहले जिक्र किया था, तो उन्हीं की तरफ चलते हैं, क्योंकि व्लॉग को भी छोटा रखते हैं। तो उनसे उनका तारुफ कराते हैं। ना की है जी? मोहम्मद बूटा। मोहम्मद बूटा। ਤੁਸੀਂ ਕਿੱਥੋਂ ਆਏ ਹੋ? ਫੋਰਟਮਾਸ। ਫੋਰਟਮਾਸ ਦੇ ਰਹਿਣ ਵਾਲੇ ਹੋ? ਜੀ ਜੀ, ਫੋਰਟਮਾਸ ਹੈ। ਤੇ ਇੱਥੇ ਕਿੰਨਾ ਕੁ ਫਾਸਲਾ ਦੂਰ ਹੈ ਇੱਥੋਂ? ਇੱਥੋਂ ਹੈ ਕੋਈ 200 ਕਿਲੋਮੀਟਰ। 200 ਕਿਲੋਮੀਟਰ। ਤੁਸੀਂ ਇੱਥੇ ਰੋਜ਼ਗਾਰ ਵਾਸਤੇ ਆਏ ਹੋ? ਰੋਜ਼ੀ ਵਾਸਤੇ ਆਏ ਹਾਂ, ਨੌਕਰੀ ਵਾਸਤੇ। ਉੱਥੇ ਹੈ ਕੋਈ ਨਹੀਂ। ਉੱਥੇ ਫੋਰਟਮਾਸ ਦੇ ਕੋਈ ਕੰਮ ਕੋਈ ਨਹੀਂ? ਤੇ ਤੁਹਾਡੇ ਵਾਲਿਦ ਸਾਹਿਬ ਕੀ ਕਰਦੇ ਸੀ? ਇਹੋ ਦਿਹਾੜੀ ਮਿਹਨਤ ਕਰਦੇ। ਤੁਹਾਡੇ ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ ਦੋ ਭੈਣ ਭਰਾ, ਇੱਕ ਭੈਣ ਦੋ ਭਰਾ। ਮਤਲਬ ਦੋ ਭਰਾ ਤੇ ਇੱਕ ਭੈਣ? ਹਾਂਜੀ। ਤੇ ਉਹ ਵੀ ਸਾਰੇ ਮਜ਼ਦੂਰੀ ਕਰਦੇ ਨੇ? ਹਾਂਜੀ, ਮਜ਼ਦੂਰੀ ਕਰਦੇ। ਤੁਹਾਡੇ ਵਾਲਿਦ ਸਾਹਿਬ ਤੁਹਾਨੂੰ ਪੜ੍ਹਾ ਨਹੀਂ ਸਕੇ? ਨਹੀਂ, ਪਰ ਹਾਲਾਤ ਹੀ ਐਸੇ ਸਨ। ਅਸੀਂ ਪੜ੍ਹਾ ਨਹੀਂ ਸਕੇ, ਆਪਣੀ ਮਿਹਨਤ ਨਾਲ ਸਾਡੀ ਰੋਟੀ ਪੂਰੀ ਕਰ ਦਿੰਦੇ। ਤੁਹਾਡੀ ਉਮਰ ਕਿੰਨੀ ਹੈ? ਹੁਣੀ 60 62 ਸਾਲ। 60 62 ਸਾਲ ਮਤਲਬ ਹੈ ਕਿ ਤੁਸੀਂ ਪਾਕਿਸਤਾਨ ਬਦਲਣ ਦੇ ਕੋਈ 10 12 ਸਾਲ ਬਾਅਦ ਪੈਦਾ ਹੋਏ। 60 ਹਾਂਜੀ ਹਾਂਜੀ। ਇਹ ਮਤਲਬ 65 ਤੋਂ ਮਤਲਬ ਹੈ ਕਿ ਤੁਹਾਡੇ ਵਾਲਿਦ ਸਾਹਿਬ ਪਾਕਿਸਤਾਨ ਬਣੇ ਵੇਲੇ ਤੋਂ ਪਹਿਲੇ ਪੈਦਾ ਹੋਏ ਸੀ, ਤਾਂ ਉਹਨਾਂ ਦੇ ਹਾਲਾਤ ਉਵੇਂ ਸੀ? ਉਵੇਂ ਹੀ। ਫਿਰ ਜਦੋਂ ਤੁਸੀਂ ਵੱਡੇ ਹੋਣ ਲੱਗੇ ਤੇ ਤੁਹਾਡੇ ਵੀ ਹਾਲਾਤ ਉਵੇਂ? ਤੁਹਾਡੇ ਵਾਲਿਦ ਸਾਹਿਬ ਤੁਹਾਨੂੰ ਨਹੀਂ ਪੜ੍ਹਾ ਲਏ? ਤੁਸੀਂ ਦੋ ਭਾਈ ਤੇ ਇੱਕ ਭੈਣ ਹੋ? ਸਿਰਫ ਇੱਕ ਭੈਣ ਤੇ ਦੋ ਭਰਾ। ਤਿੰਨ ਔਲਾਦਾਂ ਨੂੰ ਉਹ ਨਹੀਂ ਪੜ੍ਹਾ ਸਕੇ? ਨਹੀਂ ਪੜ੍ਹਾ ਸਕਦੇ। 1965 70 80 ਤੱਕ ਤੁਹਾਨੂੰ ਨਹੀਂ ਪੜ੍ਹਾ ਨਹੀਂ ਸਕੇ? ਪੜ੍ਹਾ ਸਕਦੇ। ਅੱਛਾ। ਹਾਲਾਤ ਵੀ ਐਸੇ ਸਨ, ਬਹੁਤ ਗਰੀਬੀ ਬਹੁਤ ਸੀ, ਨਹੀਂ ਪੜ੍ਹਾ ਸਕਦੇ। ਤੇ ਫਿਰ ਤੁਸੀਂ ਹੁਣ ਇੱਥੇ ਆ ਕੇ 200 250 ਕਿਲੋਮੀਟਰ ਦੂਰ ਇਹ ਗਾਰਡ ਦੀ ਨੌਕਰੀ ਲੱਗੀ? ਗਾਰਡ ਦੀ ਨੌਕਰੀ। ਤੇ ਐਨੀ ਦੂਰ ਤੁਸੀਂ ਕਿਸ ਵਾਸਤੇ? ਆਪਣੇ ਬੱਚਿਆਂ ਦੀ ਖਾਤਰ ਆਏ? ਬੱਚਿਆਂ ਦੀ ਖਾਤਰ। ਤੇ ਤੁਹਾਡੇ ਹੁਣ ਬੱਚੇ ਪੜ੍ਹ ਰਹੇ ਨੇ? ਮਾਸ਼ਾਅੱਲਾ 6 ਬੱਚੇ ਨੇ, ਤੇ 2 ਜੀ ਅਸੀਂ 8 ਜੀ ਸਾਰੇ ਕਰਦੇ। ਮਕਾਨ ਸ਼ਕਾਨ ਕੋ ਨਹੀਂ, ਪਲਾਟ ਕੋ ਨਹੀਂ, ਬਸ ਉਹ ਬੈਠਿਆਂ ਕਰਾਇਆ ਕਰਦੇ। ਤੁਸੀਂ ਕੀ ਦੇਖਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਕੋਲ ਬਿਹਤਰ ਹਾਲਾਤ ਵਿੱਚ ਹੋ ਜਾਣਗੇ? ਮੁਸ਼ਕਿਲ ਹੀ ਨਹੀਂ ਆਉਣ ਲੱਗੇ, ਕਿਉਂਕਿ ਹਾਲਾਤ ਐਸਾ ਕਿ ਮੇਰੀ ਉਮਰ ਜ਼ਿਆਦਾ ਹੈ, ਉਹ ਨਹੀਂ, ਉਹਨਾਂ ਨੂੰ ਮੈਂ ਪੜ੍ਹਾ ਨਹੀਂ ਸਕਦਾ। ਅੱਛਾ। ਹਾਂ, ਨਾ ਉਹਨਾਂ ਨੂੰ ਪੜ੍ਹਾ ਸਕਣਾ, ਨਾ ਉਹਨਾਂ ਨੂੰ ਕਪੜਾ ਲੀੜਾ ਸਹੀ ਲੈ ਕੇ ਦੇ ਸਕਣਾ। ਉਹਨਾਂ ਨੂੰ ਕਿਤਾਬਾਂ ਦੀ ਲੋੜ, ਪਿਲਸਨਾਂ ਦੀ ਲੋੜ, ਉਹ ਕੀ ਕਰਨਗੇ? ਕਿਵੇਂ ਜਾਣਗੇ ਸਕੂਲ, ਕਿਵੇਂ ਪੜ੍ਹਨਗੇ? ਤੁਹਾਡਾ ਕੀ ਖਿਆਲ ਹੈ ਕਿ ਇਹ ਜਿਹੜੀ ਸਰਕਾਰ ਹੁੰਦੀ ਹੈ, ਹਾਂਜੀ, ਇਹ ਉਹਦੀ ਜ਼ਿੰਮੇਵਾਰੀ ਨਹੀਂ ਕਿ ਤੁਹਾਡੇ ਬੱਚੇ ਨੂੰ ਪੜ੍ਹਾਵੇ? ਜ਼ਿੰਮੇਦਾਰੀ ਹੈ, ਪਰ ਅਸੀਂ ਗਰੀਬ ਬੰਦੇ ਆ, ਕਿਵੇਂ ਉਹਨਾਂ ਨੂੰ ਪਹੁੰਚੀਏ, ਉਹਨਾਂ ਕੋਲ ਜਾਈਏ, ਉਹਨਾਂ ਨੂੰ ਆਖੀਏ ਜਾ ਕੇ? ਅਸੀਂ ਕਿਵੇਂ ਜਾ ਸਕਦੇ? ਇਹ ਨਹੀਂ ਪਹੁੰਚ ਕੇ ਹੈ ਕੋਈ ਨਹੀਂ ਕਹਿ ਵੀ ਅਸੀਂ ਉਹਨੂੰ ਜਾ ਕੇ ਆਈਏ। ਸਾਡੇ ਕੋਲ ਕੋਈ ਆ ਕੇ ਪੁੱਛੇ ਤਾਂ ਅਸੀਂ ਦੱਸੀਏ ਵੀ ਹਾਲਾਤ ਕੀ ਹੈ, ਦੇਖੋ ਸਾਡਾ ਹਾਲਾਤ। ਤੇ ਤੁਹਾਡੀ ਤਨਖਾਹ ਕਿੰਨੀ ਦੇ ਹੁੰਦੀ ਹੈ? ਸਾਨੂੰ ਐਤਕੀ 6000 ਬਚਿਆ ਮਹੀਨੇ ਬਸ ਤਨਖਾਹ ਦਾ? ਹਾਂ।
बाकी खर्च हो गया है या खर्च हो गया, किराया बड़ा लगा, पेट्रोल लगा, इतों का आने जान का। तो कोई दाने लेने कोई बस वो हो 6,000 बचे बस। सारे खर्चे करके 6,000 बच गए 6,000 बच गए। जेड़ा बच गया वो फिर की कर वो रहे हो? दाने दवांगे, आटा दवांगे, वो खावांगे, महीना पूरे जे बन गया तो ठीक है, तो फिर जो करांगे महीना गुजर जाएगा। नहीं तो ਤੁਹਾਡਾ हर महीने ਤੁਹਾਡਾ गुजारा किवें ठीक हो जाता है किवें नहीं गुजारा बहुत मुश्किल हो सन तकरीबन जड़ा है ना 2 साल हो गए असं हांडी नहीं पकाई। अच्छा हाँ 2 साल हो गए हांडी नहीं पकाई, तो वो मरचा घोल दी रोटी खाती। हाले 2025 ਤੁਸੀਂ ਹਾਲੇ ਵੀ ਮਿਰਚਾਂ ਤੇ ਪਿਆਜ਼ ਨਾਲ ਰੋਟੀ प्याज ਖਾਂਦੇ ना रोटी खाती साढ़े को वो नहीं गुंजाइश को नहीं कि असं हांडी पका दी। ਹੋ सब्जी भी नहीं पकाते नहीं असं ली नहीं कभी, ना ही नहीं गुंजाइश। तो बिजली का बिल बिजली का बिल जो है वो पासा भरने लैते कह कि भी किसी को पैसे फटे ने तो भरे। तो कितना को बिल आ जाता बिजली का? बिजली का बिल अरकी 9,000। 9,000 हाँ पिछली बार भी 9,000 10,000 है पिछली बार। ਤੁਹਾਡੇ ਘਰ ਕਿੰਨਾ ਕੁ ਸਮਾਨ ਚੱਲਦਾ ਜਿਹੜਾ कोई सामान नहीं, ना कोई फ्रिज है, मोटर है, एक पंखा है, बस और कोई शेक ਕਿਰਾਏ ਦੇ ਘਰ ਰਹਿੰਦੇ ਉੱਥੇ? नहीं। किराए के हमें बैठे हैं सरकारी जगह। ਅੱਛਾ ਹਾਂ। ਮਤਲਬ ਤੁਸੀਂ ਸਮਝਦੇ ਹੋ ਕਿ ਜਿਵੇਂ ਤੁਹਾਡੇ ਵਾਲੇ ਸਾਹਿਬ ਸੀ हाँ जी, हाँ जी, ਉਵੇਂ ਹੀ ਤੁਸੀਂ ਤੰਗਦਸਤੀ 'ਚ ਰਹਿ ਰਹੇ ਹੋ मैं तंग ही रहे। ਤੇ ਅੱਗੇ ਤੁਹਾਡੇ ਬੱਚੇ ਵੀ ਤੁਹਾਨੂੰ ਐਵੇਂ ਮਹਿਸੂਸ ਹੁੰਦੇ ਨੇ ਕਿ एवं महसूस वो भी कुछ नहीं कर सकते, इस तरह रहेंगे सारी तरह, तो ऐसे बेटर उन्होंने कुछ कर नहीं सकते, वो किमें करेंगे? सारी उम्र उन्होंने तो एवं रहना बच्चे, असं उन्होंने कोई पढ़ाइए लिखाइए फिर ही है बेटर हो सकते, मेरी साढ़े को गुंजाइश को नहीं। ਹੋਏ ਹੋਏ ਫਿਰ ਜਦੋਂ ਕੋਈ ਅੱਲਾ ਨਾ ਕਰੇ ਤੁਹਾਨੂੰ ਬਿਮਾਰੀ ਹੋਵੇ ਕੁਝ ਹੋਵੇ ਤੁਹਾਨੂੰ ਉਹ ਵੀ ਆਪਣਾ ਖਰਚਾ ਆਪ ਕਰਨਾ ਪੈਂਦਾ ਸਾਰਾ? ये मैं अस्पताल दाखिल रह गया पिछले महीने, ਅੱਛਾ कि कोई आया नहीं कर रहा है, बैठा रह गया, ना कोई अपना है ना कोई आया पीछे दस अस्पताल पे आ रहे हैं। ਸਾਰਾ ਖਰਚਾ ਵੀ ਆਪ करना ਪੈਂਦਾ? आप भी करना पड़ेगा, कौन करे? ਇਹ ਸਰਕਾਰ ਕੋਲ ਨਹੀਂ ਹੁੰਦਾ ਖਰਚਾ? नहीं कोई नहीं, किसी ने ਇਹ ਤਾਂ ਸਰਕਾਰ ਜੋ ਟੈਕਸ ਲੈਂਦੀ ਤੁਹਾਡੇ ਕੋਲ, ਤੁਸੀਂ ਮਾਚਿਸ ਡੱਬੀ ਲਵੋ ਤੁਹਾਡੇ ਕੋਲ ਟੈਕਸ ਲੈਂਦੀ ਹੈ। हाँ जी, हाँ जी, ਹਰ ਸਰਕਾਰ ਜਿਹੜੀ ਵੀ ਆਉਂਦੀ हाँ, ਤੁਸੀਂ ਚਾਹ ਦਾ ਡੱਬਾ ਲਵੋ ਤਾਂ ਵੀ ਤੁਹਾਡੇ ਕੋਲ ਟੈਕਸ ਲੈਂਦੀ ਹੈ। टैक्स है। ਤੁਹਾਡੀ ਤਨਖਾਹ ਇਹ ਨਹੀਂ ਕੋਈ ਕਿ ਤੁਸੀਂ ਟੈਕਸ ਦਿਓ, नहीं ਲੇਕਿਨ सर, ਹਰ ਚੀਜ਼ ਲੈਂਦੀ ਹੋਏ ਤੁਹਾਨੂੰ ਟੈਕਸ ਲੈ ਲੈਂਦੀ ਗਵਰਨਮੈਂਟ। बिल्कुल नहीं। तो उस टैक्स के बदले तो गवर्नमेंट को कोई चीज देनी नहीं चाहिए फिर वापसी तो सहूलत नहीं देनी चाहिए? नहीं सन कोई सुन नहीं, अच्छा अभी बैठे हैं नहीं यार, मैं ना पूछा नहीं कभी किसी नहीं आते चाह पियो। क्या पीने। ये थे आज के हमारे मेहमान बूटा साहब, बहुत शुक्रिया ਤੁਹਾਡੇ ਆਉਣ ਦਾ ਸਰ, ਤੁਹਾਡੇ ਮੁਲਾਕਾਤ ਕਰਨ ਦਾ, ਤੁਹਾਡੇ ਖਿਆਲਾਤ ਦਾ। ਅੱਲਾਹ ਤਾਲਾ ਤੁਹਾਨੂੰ ਵੀ ਸਾਨੂੰ ਵੀ ਸਭ ਨੂੰ ਆਪਣੀ ਇਮਾਨ ਵਿੱਚ ਰੱਖੇ ਔਰ ਸਾਰੇ ਇਜਤਮਾਈ ਦੁਆ ਕਰ ਸਕਦੇ ਕਿ ਅੱਲਾਹ ਤਾਲਾ ਸਾਡੇ ਹੁਕਮਰਾਨਾਂ ਨੂੰ ਸਾਡੇ ਆਖਿਰ ਨੂੰ ਬਿਹਤਰ ਸਾਬਿਤ ਕਰੇ ਤੇ ਸਾਡਾ ਖਿਆਲ ਵੀ ਉਹਨਾਂ ਦਿਲ ਵਿੱਚ ਪਾਵੇ ਤੇ ਪਾਕਿਸਤਾਨ ਨੂੰ ਸਾਨੂੰ ਖੁਸ਼ਹਾਲ ਵੇਖਣ ਦੀ ਅੱਲਾਹ ਤਾਲਾ तौफीक अता फरमावे। आमीन। तो ये थे हमारे मेहमान, जैसे मैंने आपसे वादा किया था। अभी तो आप यूं समझे कि 24 करोड़ 70 लाख में से एक कहानी जो हम सब की ऐसे ही मिलती जुलती कहानी है वो आपके सामने आई है। उनका कहना ये है कि मेरे वालिद साहब भी इसी तंगदस्ती में रहे और हम सिर्फ 2 भाई और एक बहन थे, बहुत बड़ी बच्चे नहीं थे बहुत ज्यादा कि वो हमें पढ़ा ना सके या कर, लेकिन वो सब भी इतनी गुर्बत में रह रहे थे कि वो हम उनके वालिद उनको 3 बच्चों को नहीं पढ़ा सके और उसकी वजह से वो भी बेचारे जब अर्ली एज से अपनी इब्तदाई जिंदगी से मजदूरियों में लग गए। जो 30 लाख वाले लोग होते हैं उनकी या जो इलाके के बड़े लोग होते हैं, जिम्मेदार होते हैं, वडेरे होते हैं, उनकी खिदमतों में लग गए। ये इस अज़म के साथ 250 किलोमीटर दूर करके इस शहर में आए हुए हैं, किराए के घर में रहते हैं और तमाम दर्द मेहनत के बाद सिर्फ ये इरादा लेके आए थे कि मैं यहाँ आके अपने बच्चों को पढ़ा सकूं बड़े शहर। चूंकि वहाँ स्कूल भी उनके देहात में नहीं था उस वक्त, तो फिर ये जब आए कि शौक लेके, लेकिन उन्होंने कहा कि जी मुझे भी यहाँ आके मायूसी हुई कि मुझे यकीन है कि मैं भी अपने बच्चों को बिल्कुल वैसे ही नहीं पढ़ा सकूंगा, किसी काबिल नहीं कर सकूंगी जैसे मेरे वालिद साहब नहीं कर सके थे। और मेरे बच्चे भी जल्द ही मेरी तरह मजदूरियों पे लग जाएंगे पढ़ाई छोड़ के, क्योंकि हमारे घर का गुजारा नहीं होता। अब सोचने की बात यह है कि अगर
صرف ایک مہینے کے گھر کا، جس میں وہ کہہ رہے ہیں ایک پنکھا ہے اور بجلی کا بلب ہے اور پانی کی موٹر ہے، 9,000 بل آیا ہے ان کا. تو جب ایک غریب آدمی سے حکومت 9,000 کے بل میں تقریباً 5,000 روپے یا 4,000 روپے ٹیکس لے رہی ہے، چینی اور ماچس کی ڈبیا سے لے کے چینی تک. باقی تو انہوں نے بتایا کہ وہ تو انہوں نے ہانڈی پکائی ہی نہیں ہے اپنے گھر میں، بہت عرصہ ہو گیا. وہ روٹی کے اوپر پیاز لہسن جو بھی ہے اس سے رکھ کے وہ کھانا کھا لیتے ہیں. تو ان کا تو اور کوئی خرچہ نہیں ہے، ان کی تنخواہ پھر بھی پوری نہیں ہوتی ان کی. تو اس کے ساتھ اب میں آپ سے اجازت چاہوں گا، پھر وہی بات ہو جاتی ہے کہ ویلاگ لمبا ہو جاتا ہے. کہانیاں تو بہت طویل ہے، وقت قلیل ہوتا ہے ہمارے پاس. تو آج کے ہمارے پہلے مہمان میں نے آپ کے سامنے پیش کر دیے، محمد بوٹا صاحب. اب آپ اس کو پورے پاکستان کی کینوس سے پھیلا کے دیکھ لیں کہ 24 کروڑ 70 لاکھ لوگ جو ہے 29 لاکھ کے لوگوں کے خاطر کتنی بڑی بڑی قربانی دے رہی ہیں. بہرحال آج تک اتنا کافی. تھینک یو ویری مچ، آپ کا بہت شکریہ جی. خدا حافظ، سی یو نیکسٹ ٹائم.